ਕਰੋਨਾ ਬਿਮਾਰੀ ਸੰਬੰਧੀ ਸਿਵਲ ਹਸਪਤਾਲ ਗਿੱਦੜਬਾਹਾ ਦੇ ਐਸਐਮਓ ਪ੍ਰਦੀਪ ਸਦੇਵਾ ਨੇ ਜਿੱਥੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ, ਉੱਥੇ ਹੀ ਬਿਮਾਰੀ ਦੇ ਟੈਸਟ, ਲੱਛਣਾਂ ਅਤੇ ਦਵਾਈਆਂ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਇਹਦੇ 'ਚ ਇਹ ਹੈ ਕਿ ਹੁਣ ਜੇ ਪੰਜਾਬ ਦੀ ਆਪਾਂ ਹਾਲਤ ਦੇਖੀਏ ਤਾਂ ਪੰਜਾਬ 'ਚ ਡੈਥ ਰੇਟ ਆਪਣੇ ਸਾਰੇ ਇੰਡੀਆ ਨਾਲੋਂ ਜ਼ਿਆਦਾ ਜਾ ਰਿਹਾ। ਇੰਡੀਆ ਦਾ ਓਵਰਆਲ ਹੈ ਜਿਹੜਾ ਡੈਥ ਰੇਟ ਘੱਟ ਹੈ, ਪੰਜਾਬ ਦਾ ਸਭ ਤੋਂ ਜ਼ਿਆਦਾ ਜਾ ਰਿਹਾ। ਮੁਕਤਸਰ 'ਚ ਆਪਣੇ ਕੱਲ੍ਹ ਤੱਕ 1410 ਪੋਜ਼ੀਟਿਵ ਆਏ ਸੀ ਅਤੇ 17 ਦੀ ਡੈਥ ਮੁਕਤਸਰ ਡਿਸਟ੍ਰਿਕਟ 'ਚ ਕਰੋਨਾ ਦੇ ਨਾਲ ਹੋ ਚੁੱਕੀ ਹੈ। ਆਪਣੇ ਗਿੱਦੜਬਾਹਾ 'ਚ ਅੱਜ ਤੱਕ 226 ਕੇਸ ਹੈ ਜਿਹੜੇ ਪੋਜ਼ੀਟਿਵ ਆਏ ਆ। ਉਹਨਾਂ 'ਚੋਂ ਇੱਕ ਡੈਥ ਆਪਣੇ ਮਥੁਰਾ ਦਾਸ ਦੀ, ਉਹ ਪਿੱਛੇ 70 ਸਾਲ ਦੀ ਉਮਰ ਸੀ ਉਹਨਾਂ ਦੀ। ਉਹਨਾਂ ਨੂੰ ਨਾਲ ਅਸਥਮਾ ਦੀ ਸ਼ਿਕਾਇਤ ਸੀ ਅਤੇ ਨਾ ਵੀ ਉਹਨਾਂ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ 'ਚ ਸਮਝਾਉਣਾ ਚਾਹਣਾ ਵੀ ਤੁਸੀਂ ਜਵਾਬ ਆਪਣੇ ਆਪ ਹੀ ਦੇ ਸਕੋ ਉਹਨਾਂ ਨੂੰ ਜੇ ਕੋਈ ਤੁਹਾਨੂੰ ਪੁੱਛਦਾ ਹੈ। ਅੱਛਾ, ਆਪਣੇ ਮੋਸਟਲੀ ਕੀ ਹੈ ਕਿ 70 ਤੋਂ 80% ਹੈ ਜਿਹੜੇ ਕੇਸ ਪੋਜ਼ੀਟਿਵ ਆਉਂਦੇ ਆ ਜਿਹੜੇ, ਉਹਨਾਂ ਨੂੰ ਜ਼ਿਆਦਾ ਸਿੰਪਟਮ ਅਪੀਅਰ ਨਹੀਂ ਹੁੰਦੇ ਅਤੇ ਉਹ ਆਪਣੇ ਆਪ ਹੀ ਠੀਕ ਹੋ ਜਾਂਦੇ ਆ। ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ। ਜਿਹੜੇ 15-20% ਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਵਾਸਤੇ ਜਿਹੜਾ ਆਕਸੀਜਨ ਦੀ ਵੀ ਲੋੜ ਪੈਂਦੀ ਹੈ। ਉਹਨਾਂ ਨੂੰ ਜਿਹੜਾ ਇਹ ਨੁਕਸਾਨ ਬਹੁਤ ਜ਼ਿਆਦਾ ਕਰ ਰਹੀ ਹੈ। ਨੁਕਸਾਨ ਇਸ ਤਰੀਕੇ ਨਾਲ ਕਰ ਰਹੀ ਹੈ ਕਿ ਸਰੀਰ ਦੇ ਕਿਸੇ ਵੀ ਏਰੀਏ 'ਚ ਜਾਂਦੀ ਹੈ ਅਤੇ ਉੱਥੇ ਜਾ ਕੇ ਦੋ ਤਰ੍ਹਾਂ ਦੇ ਨੁਕਸਾਨ ਕਰਦੀ ਹੈ, ਜਿਹਦੇ ਕਿ ਕਿਸੇ ਵੀ ਅੰਗ ਨੂੰ ਇਹ ਨੁਕਸਾਨ ਪਹੁੰਚਾ ਰਹੀ ਹੈ। ਜ਼ਿਆਦਾ ਡੈਥ ਜਿਹੜੀਆਂ ਹੋ ਰਹੀਆਂ ਉਹ ਫੇਫੜੇ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਸੋਜ਼ਿਸ਼ ਕਰ ਰਹੀ ਹੈ ਜਾਂ ਖੂਨ ਦੇ ਕਲੋਟ ਜਮਾ ਰਹੀ ਹੈ, ਉਹ ਬੰਦਿਆਂ ਦਾ ਸਭ ਤੋਂ ਜ਼ਿਆਦਾ ਖਰਚਾ ਵੀ ਹੋ ਰਿਹਾ, ਸਰੀਰਕ ਨੁਕਸਾਨ ਵੀ ਹੋ ਰਿਹਾ। ਜੇ ਉਹ ਬਚ ਜਾਂਦੇ ਆ ਤਾਂ ਜਾਂ ਡੈਥ ਵੀ ਉਹਨਾਂ ਦੀ ਸਭ ਤੋਂ ਜ਼ਿਆਦਾ ਡੈਥ ਉਹਨਾਂ ਦੀ ਹੋ ਰਹੀ। ਕੁਛ ਕੇਸ ਹੈ ਫੇਫੜੇ ਦੇ ਵਿੱਚ ਜਾ ਕੇ ਖੂਨ ਦਾ ਜਿਹੜਾ ਥੱਕਾ ਜਮਾ ਦਿੰਦੀ ਹੈ, ਉਹ ਇੱਕੋ ਦਮ ਜਿਹੜੀ ਡੈਥ ਹੁੰਦੀ ਹੈ ਉਹ ਫੇਫੜੇ 'ਚ ਇੱਕੋ ਦਮ ਥੱਕਾ ਜਮਾਉਂਦੀ ਹੈ ਜਾ ਕੇ ਖੂਨ ਦਾ ਵੱਡੀ ਨਾੜੀ 'ਚ, ਤਾਂ ਉਹਦੇ ਕਰਕੇ ਇੱਕੋ ਦਮ ਡੈਥ ਵੀ ਹੋ ਜਾਂਦੀ ਹੈ। 75% ਲੋਕਾਂ ਨੇ ਇਹਦੇ ਵਾਸਤੇ ਕੀ ਹੋਇਆ ਕਿ ਆਪਣੀ ਸੁਸਾਇਟੀ 'ਚ ਹੋ ਗਿਆ ਵੀ ਕਰੋਨਾ ਕੀ ਹੈ, ਮੈਂ ਗਿਆ ਸੀ ਇੱਕ ਦਿਨ ਉੱਥੇ ਜਿਹੜੀ ਗਿਆ ਸੀ, ਦੂਜੇ ਦਿਨ ਆਇਆ ਘਰੇ ਆ ਕੇ ਠੀਕ ਹੋ ਗਿਆ, ਕੁਛ ਨਹੀਂ ਹੈ ਮੈਂ ਟਰਾਈ ਕੀਤੀ। ਪਰ ਜਿਨ੍ਹਾਂ ਨੂੰ ਹਸਪਤਾਲ 'ਚ ਲੋੜ ਪੈਂਦੀ ਹੈ ਜਾਂ ਅੱਗੇ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ, ਉਹਨਾਂ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਕਾਰਨ ਕੁਛ ਤਾਂ ਗੌਰਮੈਂਟ ਦੀ ਫੈਸਿਲਿਟੀ 'ਚ ਜਿਵੇਂ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆਪਾਂ ਨੂੰ 3 ਲੈਵਲ ਬਣਾਏ ਹੋਏ ਆ। ਪਹਿਲਾ ਲੈਵਲ ਹੈ ਥਿਊਰੀ, ਕੋਈ ਵੀ ਪੇਸ਼ੈਂਟ ਆਉਂਦਾ ਉਹ ਆਪਾਂ ਥਿਊਰੀ ਜਾਂਦੇ ਆ, ਉੱਥੇ ਡਾਕਟਰਾਂ ਦੀ ਟੀਮ ਬੈਠੀ ਹੈ, ਉਹਨਾਂ ਨੂੰ ਅਸੈਸ ਕਰਦੀ ਹੈ, ਟੈਸਟ ਕਰਕੇ ਉਹਨਾਂ ਨੂੰ ਦੇਖਦੀ ਹੈ ਵੀ ਬੰਦਾ ਘਰੇ ਰਹਿਣ ਦੇ ਕਾਬਲ ਹੈ ਜਾਂ ਨਹੀਂ। ਜੇ ਉਹਨੂੰ ਕੋਈ ਤਕਲੀਫ ਲੱਗਦੀ ਹੈ ਤਾਂ ਉਹਨੂੰ ਥਿਊਰੀ ਰੱਖ ਲੈਂਦੀ ਹੈ, ਤਕਲੀਫ ਵੱਧਦੀ ਲੱਗਦੀ ਹੈ ਤਾਂ ਮੁਕਤਸਰ ਲੈਵਲ 2 ਦਾ ਹਸਪਤਾਲ ਬਣਾਇਆ ਹੋਇਆ, ਉੱਥੇ ਵੀ ਟੀਮਾਂ ਡਾਕਟਰਾਂ ਦੀਆਂ ਹੈਗੀਆਂ। ਉੱਥੇ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਆਕਸੀਜਨ ਤੱਕ ਥੋੜ੍ਹੀ ਮੋਟੀ ਦੇ ਕੇ ਕੁਛ ਇਲਾਜ ਹੈ ਜਿਹੜਾ ਉਸ ਲੈਵਲ ਤੱਕ ਹੋ ਜਾਂਦਾ। ਜੇ ਮੁਕਤਸਰੋਂ ਵੀ ਲੱਗਦਾ ਹੈ ਕਿ ਸਰੀਰ ਨੂੰ ਕੋਈ ਤਕਲੀਫ ਵੱਧ ਗਈ, ਟੈਸਟ ਹੁੰਦੇ ਆ ਡੇਲੀ, ਉਹਨਾਂ ਦਾ ਚੈੱਕਅਪ ਹੁੰਦਾ, ਤਾਂ ਉਹਨਾਂ ਨੂੰ ਲੈਵਲ 3 ਜਿਹੜਾ ਫਰੀਦਕੋਟ ਹੈ ਆਪਣੇ ਏਰੀਏ 'ਚ ਉੱਥੇ ਭੇਜਿਆ ਜਾਂਦਾ। ਡਾਕਟਰ ਦੀ ਅਸੈਸਮੈਂਟ 10 ਦਿਨ ਬਹੁਤ ਜ਼ਰੂਰੀ ਹੈ। ਵਾਇਰਸ ਹੈ ਜੇ ਪੋਜ਼ੀਟਿਵ ਆ ਗਈ ਜਿੱਦਣ, ਜਾਂ ਜਿੱਦਣ ਕੋਈ ਪਹਿਲਾ ਸਿੰਪਟਮ ਅਪੀਅਰ ਹੋ ਗਿਆ, 10 ਦਿਨਾਂ ਦੇ ਵਿੱਚ ਹੈ ਜਿਹੜੀ ਵਾਇਰਸ ਉਹ ਇਨਐਕਟਿਵ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਤੋਂ ਦੂਜੇ ਨੂੰ ਬੰਦਾ ਇਨਫੈਕਸ਼ਨ ਨਹੀਂ ਫੈਲਾ ਸਕਦਾ, ਉਹ ਰੈਪਲੀਕੇਟ ਨਹੀਂ ਹੁੰਦੀ, ਇੱਕ ਤੋਂ ਦੋ ਨਹੀਂ ਹੁੰਦੀਆਂ। ਉਹਦੇ ਜਿਹੜਾ ਡੈਡ ਪੀਸ ਹੈ ਉਹ ਸਰੀਰ ਦੇ ਵਿੱਚ ਪਿਆ ਰਹਿ ਸਕਦਾ, ਪਰ ਉਹ ਬੰਦਾ ਜਿਹਨੂੰ 10 ਦਿਨ ਟੱਪ ਗਏ ਉਹ 10 ਦਿਨਾਂ ਬਾਅਦ ਬੰਦਾ ਦੂਜੇ ਬੰਦੇ ਨੂੰ ਇਨਫੈਕਸ਼ਨ ਨਹੀਂ ਫੈਲਾ ਸਕਦਾ। ਇਸੇ ਕਰਕੇ 10 ਦਿਨਾਂ ਬਾਅਦ ਪਹਿਲਾਂ ਤਾਂ ਸੀਗਾ ਗੌਰਮੈਂਟ ਦੀ ਪੋਲਿਸੀ ਵੀ 2 ਵਾਰੀ ਟੈਸਟ ਨੈਗੇਟਿਵ ਆਊਗਾ ਫਿਰ ਛੁੱਟੀ ਦੇਵਾਂਗੇ, ਉਹ ਚੀਜ਼ ਖਤਮ ਕਰਤੀ ਹੈ। 10 ਦਿਨਾਂ ਬਾਅਦ ਬੰਦਾ ਘਰੇ ਜਾ ਸਕਦਾ, 7 ਦਿਨ ਫਿਰ ਆਪੇ ਉਹ ਘਰੇ ਰਹਿ ਕੇ ਤਕਲੀਫ ਜੇ ਕੋਈ ਹੁੰਦੀ ਹੈ ਤਾਂ ਉਹਨੂੰ ਓਬਜ਼ਰਵ ਕਰਦਾ। 17 ਦਿਨਾਂ ਦਾ ਇਸ ਕਰਕੇ ਰੱਖਿਆ ਹੋਇਆ। ਇੱਕ ਹੈ ਵਾਇਰਸ ਕੀ ਹੈ। ਵਾਇਰਸ ਦੀ ਆਪਾਂ ਫੋਟੋਆਂ ਬੜੇ ਦੇਖ ਲਈਆਂ। ਵਾਇਰਸ ਇੱਕ ਨਿਊਕਲੀਓਟਾਈਡ ਹੈ, ਨਿਊਕਲੀਅਸ ਆ ਉਹਦਾ, ਉਹਦੇ ਬਾਹਰ ਉਹਦੀ ਮੈਂਬਰੇਨ ਬਣੀ ਹੁੰਦੀ ਹੈ। ਨਿਊਕਲੀਅਸ ਮੰਨ ਲਓ ਕਿ ਮੇਰਾ ਸਰੀਰ ਦੀ ਮੇਰੀ ਬੋਡੀ ਹੈ ਜਿਹੜਾ ਨਿਊਕਲੀਅਸ ਹੈ ਵਾਇਰਸ ਦਾ, ਜਿਹੜਾ ਪਾਈ ਹੈ ਥੱਲੇ ਮੈਂ ਉਹ ਉਹਦੀ ਮੈਂਬਰੇਨ ਹੈ। ਉਹਦੇ ਉੱਤੇ ਇੱਕ ਇਨਵਲਪ ਹੈ ਫੈਟ ਦਾ, ਜਿਵੇਂ ਕਹਾਂ ਮੈਂ ਸ਼ਰਟ ਪਾਈ ਆ ਉਹਨੂੰ ਆਪਾਂ ਫੈਟ ਦਾ ਇਨਵਲਪ ਲਾ ਲਈਏ। ਸ਼ਰਟ ਦੇ ਉੱਤੇ ਬਟਨ ਲੱਗੀ ਹੈ, ਉਹਦੇ ਉੱਤੇ ਸਪਾਈਕ ਲੱਗੀ ਹੈ। ਸਪਾਈਕ ਦੇ ਨਾਲ ਉਹ ਜਾ ਕੇ ਕੁਛ ਰਿਸੈਪਟਰ ਹੈਗੇ ਆ ਬੋਡੀ 'ਚ ਅਲੱਗ-ਅਲੱਗ ਥਾਵਾਂ 'ਤੇ ਪਏ ਹੁੰਦੇ ਆ, ਇਸ ਨੂੰ ਰਿਸੈਪਟਰ ਕਹਿੰਦੇ ਆ। ਉਹਨਾਂ ਦੇ ਵਿੱਚ ਨਾਲ ਜਾ ਕੇ ਲੱਗਦੀ ਹੈ ਅਤੇ ਉਹ ਸੈੱਲ ਦੇ ਵਿੱਚ ਐਂਟਰ ਹੋ ਜਾਂਦੀ ਹੈ। ਜਦੋਂ ਬੋਡੀ ਦੇ ਸੈੱਲ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਉਹਦੀ ਮਲਟੀਪਲੀਕੇਸ਼ਨ ਸ਼ੁਰੂ ਹੁੰਦੀ ਹੈ। ਉਹ ਤੋਂ ਪਹਿਲਾਂ
ਸੈੱਲ ਦੇ ਵਿੱਚ ਜਾ ਕੇ ਇੱਕ ਤੋਂ ਹਜ਼ਾਰਾਂ ਦੀ ਗਿਣਤੀ 'ਚ ਫੈਲਦੀ ਹੈ ਅਤੇ ਅਸੀਂ ਸੈੱਲ ਤੋਂ ਦੂਜੇ ਸੈੱਲ ਤੱਕ ਜਾਈਏ। ਇਹਨੂੰ ਮੈਂ ਕਿਉਂ ਦੱਸ ਰਿਹਾ, ਸਪਾਈਕ ਇੱਕ ਜਿਹੜੀ ਵਾਇਰਸ ਦਾ ਦੱਸਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਆਪਣੇ ਟੈਸਟ ਹੋ ਰਹੇ ਹੈ ਉਹਦੇ 'ਚ ਪੂਰੀ ਵਾਇਰਸ ਨੂੰ ਕੋਈ ਵੀ ਟੈਸਟ ਹੈ ਜਿਹੜਾ ਪੂਰੇ ਵਾਇਰਸ ਨੂੰ ਡਿਟੈਕਟ ਨਹੀਂ ਕਰ ਰਿਹਾ, ਸਿਰਫ ਪੂਰੇ ਹੀ ਕਲਚਰ ਹੁੰਦੀ ਹੈ ਵਾਇਰਸ ਇੱਕ ਤੋਂ ਦੋ ਬਣਦੀ ਹੈ, ਉਹਨੂੰ ਡਿਟੈਕਟ ਹੁੰਦਾ ਮਾਈਕਰੋ ਦੂਰਬੀਨ ਥੱਲੇ ਜਿਹੜਾ ਖੁਰਦਬੀਨ ਥੱਲੇ ਦੇਖਿਆ ਜਾਂਦਾ ਉਹਨੂੰ। ਬਾਕੀ ਜਿੰਨੇ ਵੀ ਆਪਣੇ ਟੈਸਟ ਹੋਏ ਆ ਅਲੱਗ-ਅਲੱਗ ਟੈਸਟ ਦੀਆਂ ਕਿੱਟਾਂ ਨੇ, ਵਾਇਰਸ ਦਾ 5-6 ਪਾਰਟ ਹੈ ਉਹ ਅਲੱਗ-ਅਲੱਗ ਚੱਕੇ ਹੋਏ ਆ। ਕਿਸੇ ਨੇ ਮੈਂਬਰੇਨ ਚੱਕ ਲਈ, ਕਿਸੇ ਨੇ ਸਪਾਈਕ ਚੱਕ ਲਿਆ, ਕਿਸੇ ਨੇ ਅੰਦਰ ਨਿਊਕਲੀਅਸ ਵਾਲੀ ਚੱਕ ਲਈ, ਅਲੱਗ-ਅਲੱਗ ਜਿਹੜੀਆਂ ਐਂਟੀਜਨ ਹੁੰਦੀਆਂ ਉਹਨਾਂ ਨੂੰ ਚੱਕ ਲਿਆ ਅਤੇ ਉਹ ਦੇ ਨਾਲ ਇੱਕ ਪਾਰਟ ਹੈ ਜਿਹੜਾ ਵਾਇਰਸ ਦਾ ਮੈਚ ਕੀਤਾ ਜਾਂਦਾ ਹੈ। ਜਿੱਦਾਂ ਸਵੈਬ ਲੈਂਦੇ ਹਾਂ ਆਪਾਂ, ਸਵੈਬ ਲਿੱਤਾ, ਉਹ ਸਵੈਬ ਦੇ ਵਿੱਚ ਜਿਹੜਾ ਉਹ ਪਾਰਟ ਵਾਇਰਸ ਦੇ ਹੈਗੇ ਆ, ਉਹ ਵਾਇਰਸ ਦਾ ਪਾਰਟ ਜੇ ਉਹਦੇ ਨਾਲ ਮੈਚ ਕਰ ਗਿਆ ਤਾਂ ਇਹਦਾ ਮਤਲਬ ਉਹਦੇ ਅੰਦਰ ਵਾਇਰਸ ਹੈਗੀ ਹੈ। ਉਹ ਵਾਇਰਸ ਜਿੰਦਾ ਹੈ ਜਾਂ ਮੁਰਦਾ ਇਹ ਨਹੀਂ ਪਤਾ, ਉਹਦਾ ਪਾਰਟ ਹੈ ਕਿ ਕੀ ਹੈ। ਜਿਹੜਾ ਪਾਰਟ ਟੈਸਟ ਹੋ ਗਿਆ ਉਹਨੇ ਡਿਟੈਕਟ ਕਰ ਲਿਆ। ਆਪਣੇ ਜਿੰਨੇ ਟੈਸਟ ਆ ਦੋਨੋਂ ਇਹ ਪੂਰੀ ਦੀ ਪੂਰੀ ਵਾਇਰਸ ਨੂੰ ਕੋਈ ਵੀ ਟੈਸਟ ਨਹੀਂ ਡਿਟੈਕਟ ਕਰਦਾ। RT-PCR ਜਿਹੜਾ ਆਪਾਂ ਫਰੀਦਕੋਟ ਭੇਜਦੇ ਹਾਂ, ਇਹ ਟੈਸਟ ਕੀ ਕਰਦਾ, ਇਹਨੂੰ ਲੈ ਕੇ ਘੁਮਾਉਂਦੇ ਆ, ਮਸ਼ੀਨ ਘੁਮਾਉਂਦੇ ਆ, ਮਸ਼ੀਨ 'ਚ ਘੁਮਾਇਆ ਜਾਂਦਾ, ਉਹਦੇ ਸਾਈਕਲ ਕਹਿੰਦੇ ਆ। CT ਵੈਲਿਊ ਸ਼ਾਇਦ ਆਉਣ ਵਾਲੇ ਦਿਨਾਂ 'ਚ ਸੁਣਨ ਨੂੰ ਮਿਲੂਗੀ ਤੁਹਾਨੂੰ। CT ਵੈਲਿਊ ਹੈ ਸਾਈਕਲ ਥ੍ਰੈਸ਼ਹੋਲਡ। ਉਹ ਸਾਈਕਲ ਥ੍ਰੈਸ਼ਹੋਲਡ ਕਿੰਨੇ ਸਾਈਕਲ ਘੁਮਾਉਣ ਨਾਲ ਹੈ ਜਿਹੜੀ ਵਾਇਰਸ ਡਿਟੈਕਟ ਹੋਊਗੀ, ਵਾਇਰਸ ਦਾ ਪਾਰਟ ਡਿਟੈਕਟ ਹੋ ਗਿਆ। ਜੇ 10-15 ਵਾਰੀ ਘੁਮਾਈ ਨਾਲ ਡਿਟੈਕਟ ਹੋ ਗਿਆ ਤਾਂ ਇਹਦਾ ਅੰਦਰ ਉਹਦੇ ਵਾਇਰਸ ਲੋਡ ਜ਼ਿਆਦਾ ਸੀਗਾ। ਜੇ 30-40 'ਚ ਜਾ ਕੇ ਸਭ ਤੋਂ ਘੁਮਾਉਣੇ ਪਏ ਫਿਰ ਜਾ ਕੇ ਉਹਦਾ ਪਾਰਟ ਡਿਟੈਕਟ ਹੋਇਆ, ਇਹਦਾ ਮਤਲਬ ਉਹਦੇ 'ਚ ਵਾਇਰਸ ਲੋਡ ਹੈ ਜਿਹੜਾ ਘੱਟ ਹੈ। ਇਹ ਵਾਇਰਸ ਲੋਡ ਨਾਲ ਰਿਲੇਟ ਕਰਦਾ CT ਵੈਲਿਊ। ਪਹਿਲਾ ਟੈਸਟ ਤਾਂ RT-PCR ਹੈ। ਇਹ ਜਿਹੜੀ ਵੈਲਿਊ ਹੈਗੀ ਹੈ, ਹੁਣ ਟੈਸਟ ਕਰਦੇ ਹਾਂ ਆਪਾਂ। ਟੈਸਟ ਜਿਹੜਾ RT-PCR ਹੈ ਇਹਦੀ ਸੈਂਸਿਟੀਵਿਟੀ 70% ਹੈ। ਜੇ 100 ਬੰਦਿਆਂ ਦੇ ਅੰਦਰ ਵਾਇਰਸ ਹੈਗੀ ਹੈ, ਆਪਾਂ 100 ਦਾ ਟੈਸਟ ਕਰੀਏ ਤਾਂ ਉਹ 70 ਨੂੰ ਫੜੂਗਾ, 30 ਉਹਨਾਂ ਤੋਂ ਮਿਸ ਹੋ ਸਕਦੀ ਹੈ। 20 ਤੋਂ 30% ਆ ਜਿਹੜੇ ਉਹ ਬੰਦੇ ਮਿਸ ਹੋ ਸਕਦੇ, ਪਰ ਜਿਹਨੂੰ ਫੜ ਲਿਆ ਉਹ ਪੋਜ਼ੀਟਿਵ ਹੈ, ਜਿਹੜਾ ਉਹ ਪੋਜ਼ੀਟਿਵ 100% ਪੋਜ਼ੀਟਿਵ ਹੈ, ਉਹ ਰਿਪੋਰਟ ਗਲਤ ਪੋਜ਼ੀਟਿਵ ਨਹੀਂ ਹੋਊਗੀ। ਜਿਹਨੂੰ ਨੈਗੇਟਿਵ ਰਿਪੋਰਟ ਦਿੱਤੀ ਹੈ ਉਹਨੂੰ ਫਿਰ ਵੀ ਚਾਂਸ ਹੋ ਸਕਦੇ ਆ ਕਿ ਉਹਦੇ ਤੋਂ ਮਿਸ ਹੋ ਗਿਆ ਹੋ। ਮਿਸ ਕਿਉਂ ਹੋ ਸਕਦਾ? ਇੱਕ ਤਾਂ ਆਪਾਂ ਨੱਕ ਤੋਂ ਲੈਣਾ ਸਵੈਬ, ਉਸ ਟਾਈਮ ਜਿਸ ਟਾਈਮ ਆਪਾਂ ਲਿੱਤਾ ਹੈ, ਨੱਕ ਤੋਂ ਲਿੱਤਾ ਜਾਂ ਮੂੰਹ ਤੋਂ ਲਿੱਤਾ, ਉਸ ਟਾਈਮ ਵਾਇਰਸ ਦਾ ਪਾਰਟ ਇੱਥੇ ਪਿਆ ਕਿ ਨਹੀਂ ਪਿਆ। ਹੋ ਸਕਦਾ ਲੋਹੇ ਦੇ ਅੰਦਰ ਪਹੁੰਚ ਗਿਆ ਅਤੇ ਇੱਥੇ ਨਾ ਹੋਵੇ। ਪਹਿਲਾ ਕਾਰਨ ਤਾਂ ਇਹ ਮਿਸ ਹੁੰਦਾ। ਦੂਜਾ ਕਾਰਨ ਹੈ ਕਿ ਲੈਣ ਵਾਲੇ 'ਤੇ ਵੀ ਡਿਪੈਂਡ ਕਰਦਾ, ਸਹੀ ਪੋਜੀਸ਼ਨ ਤੋਂ ਲਿੱਤਾ ਗਿਆ ਕਿ ਨਹੀਂ। ਉੱਥੇ ਵੀ ਮਤਲਬ ਜਿਹੜੀ ਹੈ ਮੈਨੂਅਲ ਮਿਸਟੇਕ ਹੈ, ਜਿਹੜੀ ਹਿਊਮਨ ਐਰਰ ਹੈ, ਉਹ ਵਿੱਚ ਕਾਊਂਟ ਕਰਦੇ ਹਾਂ। ਤੀਜੀ ਚੀਜ਼ ਹੈ ਕਿ ਕਿਤੇ ਨਾ ਕਿਤੇ ਆਪਾਂ ਜੇ ਸੈਂਪਲ ਲੈਂਦੇ ਹਾਂ ਤਾਂ ਹਿਊਮਨ ਐਰਰ ਆ ਜਾਂਦੇ। ਫਿਰ ਵਿੱਚ ਸੈਂਪਲ ਨੂੰ ਲੈਣਾ, ਉਹਦਾ ਟੈਂਪਰੇਚਰ ਮੇਨਟੇਨ ਕਰਕੇ ਟਰਾਂਸਪੋਰਟ ਕਰਨਾ, ਮੁਕਤਸਰ ਭੇਜਦੇ ਆ, ਫਰੀਦਕੋਟ ਭੇਜਦੇ ਆ। ਜੇ ਬਾਈ ਚਾਂਸ ਕਿਤੇ ਉਹ ਸਾਈਕਲ ਟੁੱਟਦਾ ਤਾਂ ਉਹ ਪਾਰਟ ਹੋ ਸਕਦਾ ਮਿਸ ਹੋ ਜਾਏ। ਨੈਗੇਟਿਵ ਰਿਪੋਰਟ ਫਾਲਸ ਹੋ ਸਕਦੀ ਹੈ, ਪੋਜ਼ੀਟਿਵ ਰਿਪੋਰਟ ਫਾਲਸ ਨਹੀਂ ਹੋ ਸਕਦੀ। RT-PCR ਜਿੰਨੇ ਟੈਸਟ ਹੋ ਰਹੇ ਆ ਸਾਰਿਆਂ ਤੋਂ ਵਧੀਆ ਟੈਸਟ ਹੈ। ਉਸ ਤੋਂ ਬਾਅਦ ਦੂਜਾ ਟੈਸਟ ਆਪਣਾ ਆਇਆ ਰੈਪਿਡ ਐਂਟੀਜਨ ਨਾਲ, ਜਿਹੜਾ ਕਿ ਆਪਾਂ ਨੂੰ ਅੱਧੇ ਘੰਟੇ 'ਚ ਰਿਪੋਰਟ ਦੇ ਦਿੰਦਾ। RT-PCR ਹੈ, ਘੱਟੋ ਘੱਟ 5-6 ਘੰਟੇ ਮਸ਼ੀਨ ਲੈਂਦੀ ਹੈ ਉਹ, ਫਿਰ ਜਾ ਕੇ ਉਹ ਰਿਪੋਰਟ ਆਪਾਂ ਨੂੰ ਅਗਲੇ ਦਿਨ ਆਉਂਦੀ ਹੈ, ਦੂਜੇ ਦਿਨ ਆਉਂਦੀ ਹੈ, ਕਿਉਂਕਿ ਫਰੀਦਕੋਟ ਹੈ ਇਕੱਲੀ ਮਸ਼ੀਨ 'ਤੇ ਇਹਨਾਂ ਚੀਜ਼ਾਂ 'ਚ ਟਾਈਮ ਲੱਗਦਾ ਹੈ। ਰੈਪਿਡ ਕਿੱਟ ਕੱਢੀ ਸੀ ਵੀ ਜੇ ਕਿਸੇ ਨੂੰ ਡਾਊਟ ਹੈ, ਆਪਣੀ ਕੋਈ ਐਮਰਜੈਂਸੀ 'ਚ ਆ ਗਿਆ ਬੰਦਾ, ਉਹਨੂੰ ਸਿੰਪਟਮ ਆ ਰਹੇ ਆ, ਸ਼ੱਕ ਆਪਾਂ ਨੂੰ ਪੈ ਰਿਹਾ, ਤਾਂ ਉਹਦਾ ਟੈਸਟ ਹੈ ਜਿਹੜਾ ਜਲਦੀ ਕੀਤਾ ਜਾਵੇ। 3 ਦਿਨ ਵੇਟ ਨਾ ਕੀਤੀ ਜਾਵੇ। ਪੋਜ਼ੀਟਿਵ ਆ ਜਾਏ ਤਾਂ ਆਪਾਂ ਨਾਲ ਦੀ ਨਾਲ ਟ੍ਰੀਟਮੈਂਟ ਸ਼ੁਰੂ ਕਰ ਦਈਏ, ਜਾਂ ਕੋਈ ਐਮਰਜੈਂਸੀ ਆ ਗਈ, ਐਕਸੀਡੈਂਟ ਵਾਲਾ ਆ ਗਿਆ, ਉਹਦਾ ਕਰਕੇ ਦੇਖ ਲਓ। ਘਰ ਪੋਜ਼ੀਟਿਵ ਆ ਗਿਆ ਬੰਦਾ, ਉਹਦੇ ਫੈਮਿਲੀ ਮੈਂਬਰਾਂ ਦੇ ਕਰਕੇ ਦੇਖ ਲਓ ਵੀ ਉਹਨਾਂ ਨੂੰ ਬੜੇ ਤਰੀਕੇ। ਪਰ ਜਿਹੜੀ ਰੈਪਿਡ ਟੈਸਟ ਕਿੱਟ ਹੈ ਇਹ ਅੱਧੇ ਘੰਟੇ 'ਚ ਰਿਪੋਰਟ ਦੇ ਦਿੰਦੀ ਹੈ। ਅੱਧੇ ਘੰਟੇ 'ਚ ਜੇ ਉਹ ਰਿਪੋਰਟ ਦਿੰਦੀ ਹੈ ਤਾਂ ਇਹਦਾ ਮਤਲਬ ਇਹਦੀ ਸੈਂਸਿਟੀਵਿਟੀ ਪਹਿਲਾਂ ਵਾਲੇ ਨਾਲੋਂ ਘੱਟ ਹੋਊਗੀ, ਜਿਹੜੀ 4-5 ਘੰਟੇ ਲਾਉਂਦਾ। RT-PCR 4-5 ਘੰਟੇ ਲਾਉਂਦਾ, ਤਾਂ ਰੈਪਿਡ ਟੈਸਟ ਹੈ ਜਿਹੜਾ ਇਹ ਆਪਾਂ ਨੂੰ 50% ਤੱਕ ਰਿਪੋਰਟ ਸਹੀ ਹੁੰਦਾ। 50% ਜਿਹੜੀ ਨੈਗੇਟਿਵ ਆ ਗਈ ਉਹ ਫਾਲਸ ਹੋ ਸਕਦੀ ਹੈ।
ਰੈਪਿਡ ਐਂਟਰੀ ਆ। ਰੈਪਿਡ ਵਾਸਤੇ ਕੀ ਕਰਦੇ ਆ, ਜਿਹਨੂੰ ਸਿੰਪਟਮ ਹੁੰਦਾ ਪਹਿਲਾਂ ਉਹਦਾ ਰੈਪਿਡ ਕਰਕੇ ਦੇਖ ਲੈਂਦੇ ਹਾਂ, ਜੇ ਪੋਜ਼ੀਟਿਵ ਆ ਗਿਆ ਤਾਂ ਉਹਨੂੰ ਕਹਿ ਦਈਦਾ ਪੋਜ਼ੀਟਿਵ ਹੈ, ਜੇ ਉਹ ਪੋਜ਼ੀਟਿਵ ਨਹੀਂ ਆਇਆ ਤਾਂ ਉਹਦਾ ਦੂਜਾ ਸੈਂਪਲ ਵੀ ਲੈ ਕੇ ਅਸੀਂ ਫਰੀਦਕੋਟ ਭੇਜਦੇ ਹਾਂ ਸਿੰਪਟੋਮੈਟਿਕ ਬੰਦੇ ਦਾ, ਵੀ ਆਪਾਂ ਦੂਜਾ ਸ਼ਬਦ ਵੀ ਕੱਢ ਲਈ, ਉਹਦੇ 2 ਵਾਰੀ ਇਹ ਜਿਹੜੇ ਸੈਂਪਲ ਲਿੱਤਾ ਜਾਂਦਾ। ਇਹ ਟੈਸਟਾਂ ਦੇ ਨਾਲ ਮੈਨੂੰ ਲੱਗਦਾ ਅੱਧੀਆਂ ਜੇ ਆਪਾਂ ਸਮਝ ਜਾਵਾਂਗੇ ਤਾਂ ਲੋਕਾਂ ਨੂੰ ਪਤਾ ਲੱਗ ਜੇ ਤਾਂ ਅੱਧੀਆਂ ਜਿਹੜੀਆਂ ਭ੍ਰਾਂਤੀਆਂ ਟੈਸਟ ਨਾਲ ਜੁੜੀਆਂ ਹੋਈਆਂ ਉਹ ਖਤਮ ਹੋ ਸਕਦੀਆਂ। ਪਿੱਛੇ ਜੇ ਇੱਕ ਚੈਨਲ ਚਲਾ ਰਿਹਾ ਸੀ, MLA ਪੋਜ਼ੀਟਿਵ ਆ ਗਿਆ, ਅਗਲੇ ਦਿਨ ਨੈਗੇਟਿਵ ਆ ਗਿਆ। ਇਹ ਚੀਜ਼ ਹੋ ਸਕਦੀ ਹੈ, ਨੈਗੇਟਿਵ ਜਿਹੜੀ ਰਿਪੋਰਟ ਗਲਤ ਹੋ ਸਕਦੀ ਹੈ, ਪੋਜ਼ੀਟਿਵ ਗਲਤ ਨਹੀਂ ਹੋ ਸਕਦੀ। ਪਾਰਟ ਲੈ ਰਹੇ ਹਾਂ, ਇੱਕ ਤਾਂ ਕਰ ਪੂਰੀ ਦੀ ਪੂਰੀ ਵਾਇਰਸ ਦੀ ਲੈ ਰਹੇ, ਦੂਜੀ ਕਹਿੰਦੇ ਆ ਵੀ ਆਪਾਂ ਕਈ ਵਾਰੀ ਮਹੀਨੇ ਬਾਅਦ ਟੈਸਟ ਕਰਾ ਕੇ ਦੇਖਦਾ ਬੰਦਾ ਫਿਰ ਵੀ ਪੋਜ਼ੀਟਿਵ ਆ ਰਿਹਾ, ਕਿ ਕੋਈ ਨਾ ਕੋਈ ਪਾਰਟ ਉਹ ਬੋਡੀ ਦਾ ਜਿਹੜਾ ਆਪਾਂ ਟੈਸਟ ਕਰ ਰਹੇ ਹਾਂ, ਉਹਦੀ ਸਪਾਈਕ ਕਰ ਰਹੇ ਹਾਂ, ਬਟਨ ਕਰ ਰਹੇ ਹਾਂ, ਜਿਹੜਾ ਕੁਛ ਲੱਭਿਆ ਟੈਸਟ 'ਚ ਉਹ ਚੀਜ਼ ਮਹੀਨੇ ਬਾਅਦ ਵੀ ਪਈ ਰਹਿ ਸਕਦੀ ਹੈ ਨੈਕ 'ਚ ਅਤੇ ਗਲੇ 'ਚ। ਤਾਂ ਕਹਿੰਦੇ ਆ ਵੀ 10 ਦਿਨਾਂ ਬਾਅਦ ਟੈਸਟ ਕਰਾਉਣ ਦਾ ਕੋਈ ਤੁਕ ਨਹੀਂ ਬਣਦਾ, ਸਿਰਫ ਡਾਇਗਨੋਸਿਸ ਕਨਫਰਮ ਕਰਨ ਵਾਸਤੇ ਹੀ ਇਹ ਜਿਹੜਾ ਟੈਸਟ ਦੀ ਰਿਪੋਰਟ ਤੋਂ ਬਾਅਦ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਦਾ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਵੀ ਲੋਕ ਤੁਰੇ ਫਿਰਦੇ ਆ, ਪਰ ਉਹ ਬਹੁਤ ਗਲਤ ਗੱਲ ਹੈ, ਉਹ ਨਹੀਂ ਹੋਣਾ ਚਾਹੀਦਾ। ਫਿਰ ਉਹ ਟੈਸਟ ਕਰਵਾਉਣ ਦਾ ਫਾਇਦਾ ਕੀ ਜੀ, ਜੇ ਬੰਦੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ? ਕਾਰਵਾਈ ਦੇਖੋ, ਇਹ ਨਾ ਹੁਣ ਜਿਹੜੀ ਆਪਾਂ ਕਾਰਵਾਈ ਵਾਲਾ ਟਾਈਮ ਹੈ ਇਕਨੋਮੀ ਨੂੰ ਦੇਖਦੇ ਹੋਏ ਬਣਦਾ ਵਾਲਾ, ਅਤੇ ਉਹ ਟਾਈਮ ਤਾਂ ਲੰਘ ਗਏ, ਤਾਂ ਲੋਕਾਂ ਨੂੰ ਹੁਣ ਆਪਦੀ ਬਚਾਅ ਆਪ ਚਾਹੀਦੀ ਹੈ ਵੀ ਮੈਂ ਆਪਦਾ ਬਚਾਅ ਕਰਾਂ ਅਤੇ ਸੁਸਾਇਟੀ ਦਾ ਬਚਾਅ ਕਰਾਂ। ਇਹ ਐਜੂਕੇਸ਼ਨ ਲੋਕਾਂ ਨੂੰ ਚਾਹੀਦੀ ਹੈ, ਜਿਹਦੀ ਕਿ ਮਿਸ ਹੋ ਰਹੀ ਹੈ 2 ਮਹੀਨੇ ਪਹਿਲਾਂ ਹੋਣੀ ਚਾਹੀਦੀ। ਆਪਾਂ ਕਿੰਨਾ ਚਿਰ ਲੋਕਾਂ ਨੂੰ ਪੜ੍ਹ ਕੇ ਕਰੀ ਚੱਲਦਾ। ਇਹ ਤਾਂ ਸੁਸਾਇਟੀ 'ਚ ਮੈਂ ਤਾਂ ਬੁਲਾਉਣ ਦਾ ਮਕਸਦ ਇਹ ਸੀ ਕਿ ਆਪਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਚੱਲੀਏ, ਨਾ ਕਿ ਆਪਾਂ ਕਹਿੰਦੇ ਯਾਰ ਕੋਰਟ ਦੇ ਏਰੀਏ ਅੱਜ 30 ਆ ਗਏ 40 ਆ ਗਏ। ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਉਹ ਹੈ ਜਿਹੜਾ ਆਪ ਬਚਨ, ਆਪਣੇ ਘਰ ਵਾਲੇ ਬਚਨ ਅਤੇ ਦੂਜੀ ਸੁਸਾਇਟੀ ਨੂੰ ਬਚਣ। ਟੈਸਟਾਂ ਦੀਆਂ ਗਲਤ ਭ੍ਰਾਂਤੀਆਂ ਕਰਕੇ ਬਹੁਤੇ ਲੋਕ ਟੈਸਟ ਨਹੀਂ ਕਰਾ ਰਹੇ ਸੀ। ਜੇ ਇਹ ਚੀਜ਼ ਉਹਨਾਂ ਨੂੰ ਸਮਝ ਲੱਗ ਗਈ, ਇੱਕ ਇਹ ਟੈਸਟ 2,500 ਦਾ ਖਰਚਾ ਲੱਗਦਾ ਸਰਕਾਰ। ਇਸ ਵੇਲੇ ਪੰਜਾਬ 'ਚ ਬਿਲਕੁਲ ਫ੍ਰੀ ਹੋ ਰਿਹਾ, ਆਉਣ ਵਾਲੇ ਟਾਈਮ 'ਚ ਜਿਵੇਂ ਕੇਸ ਵੱਧ ਰਹੇ ਆ ਤਾਂ ਲੋਕਾਂ ਨੂੰ ਪ੍ਰਾਈਵੇਟ ਲੈਬ 'ਚ ਵੀ ਇਹ ਸਰਕਾਰ ਕਰ ਰਹੀ ਹੈ, ਅਤੇ ਇਸ ਪ੍ਰਾਈਵੇਟ 'ਚ ਵੀ ਲੋਕ ਕਰਾਇਆ ਕਰਨਗੇ। ਜਿਹੜੇ ਸਮਝਦਾਰ ਹੋਣਗੇ ਉਹਨਾਂ ਨੂੰ ਲੈਬ ਨਾ ਮਿਲਿਆ ਕਰੂ, ਰਸ਼ ਜ਼ਿਆਦਾ ਵੱਧ ਗਿਆ ਤਾਂ ਪ੍ਰਾਈਵੇਟ ਸੈਕਟਰ 'ਚ ਵੀ ਕਰਾਉਣਗੇ ਟੈਸਟਾਂ ਨੂੰ ਕਰ ਰਹੇ ਆ। ਇਹ ਟੈਸਟ ਦੇ ਨਾਲ ਵਾਇਰਸ ਦਾ ਇੱਕ ਪਾਰਟ ਡਿਟੈਕਟ ਕਰਦੇ ਹਾਂ, ਜਿੰਦਾ ਵਾਇਰਸ ਨਹੀਂ ਹੈ। ਆਪਾਂ ਸਿਰਫ ਕਨਫਰਮ ਕਰਨ ਵਾਸਤੇ ਵੀ ਇਹਦੇ ਅੰਦਰ ਵਾਇਰਸ ਸੀ ਜਾਂ ਹੈ, ਇੱਕ ਵਾਰੀ ਉਹਨੂੰ ਡਾਇਗਨੋਸਿਸ ਬਣਾਉਣ ਵਾਸਤੇ ਟੈਸਟ ਕਰਦੇ ਹਾਂ, ਉਸ ਤੋਂ ਬਾਅਦ ਦੁਬਾਰਾ ਟੈਸਟ ਕਰਾਉਣ ਦੀ ਲੋੜ ਨਹੀਂ ਹੈ। ਪੋਜ਼ਿਟਿਵ ਜਿਹੜਾ ਟੈਸਟ ਹੈ ਉਹ ਬਿਲਕੁਲ ਸਹੀ ਹੈ, ਉਹ ਇਹ ਕਹਿੰਦਾ ਕਿ ਵਾਇਰਸ ਅੰਦਰ ਸੀ ਜਾਂ ਹੈ ਜਾਂ ਉਹਦਾ ਪਾਰਟ ਗੈਰ ਜਾਂ ਤਾਂ ਪੈਸੇ ਲਈ ਕੋਈ ਨੁਕਸਾਨ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਦੂਸਰੀ ਚੀਜ਼ ਹੈ ਕਿ ਅੱਗੇ 4-5 ਮਹੀਨੇ ਪਹਿਲਾਂ ਆਪਣੇ ਕੋਲ ਕੁਛ ਵੀ ਨਹੀਂ ਸੀ ਪਤਾ ਵਾਇਰਸ ਬਾਰੇ, ਨਵੀਂ ਵਾਇਰਸ ਹੈ, ਨਵੀਂ ਸੀ, ਕੁਛ ਵੀ ਨਹੀਂ ਪਤਾ ਲੱਗ ਰਿਹਾ ਸੀ। ਅਤੇ ਜਿਵੇਂ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਆਪਾਂ ਨੂੰ ਸਿਖਾਇਆ ਇਟਲੀ ਨੇ। ਇਟਲੀ 'ਚ ਜਿਹੜੀਆਂ ਡੈਥ ਹੋਈਆਂ ਉਹਨਾਂ ਨੇ ਕੀ ਦੇਖਿਆ ਕਿ ਵੈਂਟੀਲੇਟਰ 'ਤੇ ਪਾਣੀ ਸ਼ੁਰੂ ਕਰਤੇ ਲੋਕ, ਜਿਹੜਾ ਵੀ ਆਉਂਦਾ ਸੀ ਸਾਹ ਨਾਲ ਔਖਾ ਹੋ ਕੇ ਆਉਂਦਾ ਸੀ, ਅਤੇ ਵੈਂਟੀਲੇਟਰ 'ਤੇ ਉਹ ਵੈਂਟੀਲੇਟਰ 'ਤੇ ਜਦੋਂ ਦੇਖਿਆ ਵੀ ਹੁਣ ਵੈਂਟੀਲੇਟਰ ਖਤਮ ਹੋ ਗਏ ਇਟਲੀ 'ਚ, ਉਹਨਾਂ ਨੇ 60 ਸਾਲ ਤੋਂ ਉੱਪਰ ਵਾਲੇ ਬੰਦਿਆਂ ਨੂੰ ਵੈਂਟੀਲੇਟਰ 'ਤੇ ਪਾਉਣਾ ਛੱਡ ਦਿੱਤਾ ਅਤੇ ਜਦ ਉਹਨੂੰ ਪਾਉਣਾ ਸ਼ੁਰੂ ਕਰ ਦਿੱਤਾ। ਉਦੋਂ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਵੈਂਟੀਲੇਟਰ 'ਤੇ 60 ਸਾਲ ਵਾਲੇ ਅਸੀਂ ਨਹੀਂ ਪਾਏ, ਉਹਨਾਂ 'ਚ ਡੈਥ ਰੇਟ ਘੱਟ ਆ ਰਿਹਾ, ਅਤੇ ਜਿਹੜੇ ਯੰਗ ਬੰਦਿਆਂ ਨੂੰ ਅਸੀਂ ਵੈਂਟੀਲੇਟਰ 'ਤੇ ਪਾਤਾ ਉਹਨਾਂ ਦੇ ਡੈਥ ਰੇਟ ਜ਼ਿਆਦਾ। ਇਕੱਲਾ ਨਮੂਨੀਆ ਸੋਚ ਕੇ ਵੈਂਟੀਲੇਟਰ ਸ਼ੁਰੂ 'ਚ ਜਿਹੜੇ ਸੀ ਟ੍ਰੀਟਮੈਂਟ ਹੈ ਸਾਰਾ ਕੁਛ ਹੌਲੀ ਹੌਲੀ ਪਤਾ ਚੱਲਦਾ ਗਿਆ ਵਾਇਰਸ ਬਾਰੇ ਕੀ ਕੁਛ ਕਰ ਰਹੀ ਹੈ ਅਤੇ ਕਿਵੇਂ। ਫਿਰ ਉਹਨਾਂ ਨੇ ਪੋਸਟਮਾਰਟਮ ਕਰਨੇ ਸ਼ੁਰੂ ਕੀਤੇ। ਪੋਸਟਮਾਰਟਮ ਨਾਲ ਜਾ ਕੇ ਪਤਾ ਲੱਗਿਆ ਕਿ ਜਿਹੜੀ ਇਹ ਵਾਇਰਸ ਹੈ ਇਕੱਲਾ ਇੱਕ ਨਮੂਨੀਆ ਦਾ ਪੈਚ ਨਹੀਂ ਬਣਾਉਂਦੀ, ਇਹ ਅੰਦਰ ਜਾ ਕੇ ਖੂਨ ਦੀਆਂ ਜਿਹੜੀਆਂ ਬਰੀਕ ਨਾੜੀਆਂ ਉਹਨਾਂ 'ਤੇ ਸੋਚ ਕਰਦੀ ਹੈ। ਬਰੀਕ ਨਾੜੀਆਂ ਖੂਨ ਦੀਆਂ ਪਤਲੀ ਮੋਟੀ ਹੁੰਦੀ ਹੈ, ਫਿਰ ਅੱਗੇ ਬਰਾਂਚਾਂ ਹੁੰਦੀਆਂ ਜਾਂਦੀਆਂ, ਬਰੀਕ ਬਰੀਕ ਹੁੰਦੀਆਂ ਜਾਂਦੀਆਂ ਨਾੜੀਆਂ ਖੂਨ ਦੀਆਂ। ਉਹ ਜਿਹੜੀਆਂ ਬਰੀਕ ਨਾੜੀਆਂ ਦੀਆਂ ਅੰਦਰ ਵਾਲੀ ਵਾਲ ਹੈ ਐਪੀਥੀਲੀਅਮ ਕਹਿੰਦੇ ਆ, ਉਹਨੂੰ ਡੈਮੇਜ ਕਰਦੀ ਹੈ। ਖੂਨ ਦੀ ਨਾੜੀ ਦੀ ਜਿਹੜੀ ਵਾਲ ਡੈਮੇਜ ਹੋ ਗਈ ਤਾਂ ਉਹਦੇ 'ਤੇ ਖੂਨ ਦੇ ਕਣ ਜੰਮਣੇ ਸ਼ੁਰੂ ਹੋ ਜਾਂਦੇ,
ਕਣ ਜੰਮਣੇ ਸ਼ੁਰੂ ਹੋ ਗਏ, ਕਲੋਟ ਬਣ ਗਿਆ, ਥੱਕਾ ਬਣ ਗਿਆ। ਉਹ ਜਿਹੜੀ ਬਰੀਕ ਨਾਲੀ ਦੇ ਵਿੱਚ ਖੂਨ ਦਾ ਥੱਕਾ ਜੰਮ ਗਿਆ, ਅੱਗੇ ਉਹਨੂੰ ਆਕਸੀਜਨ ਨਹੀਂ ਮਿਲੀ, ਖੂਨ ਦੀ ਸਪਲਾਈ ਨਹੀਂ ਮਿਲੀ ਉਸ ਪਾਰਟ ਨੂੰ, ਤੇ ਉਹ ਪਾਰਟ ਦਾ ਡੈਡ ਹੋਣਾ ਸ਼ੁਰੂ ਹੋ ਗਿਆ। ਮਤਲਬ ਫੇਫੜੇ 'ਚ ਕੱਲਾ ਨਮੂਨੀਆ ਨਹੀਂ, ਨਮੂਨੀਆ ਦੇ ਨਾਲ ਜਿਹੜਾ ਜ਼ਿਆਦਾ ਅਸਰ ਆ ਰਿਹਾ ਉਹ ਖੂਨ ਦੀਆਂ ਨਾੜੀਆਂ ਕਰਕੇ ਆ। ਉਹ ਖੂਨ ਦੀ ਨਾੜੀ ਜਿਹੜੀ ਦੋ ਤਰ੍ਹਾਂ ਦੀ ਜਾਂ ਵੀ ਇਹ ਇਫੈਕਟ ਕਰਦੀ ਹੈ ਬੋਡੀ 'ਚ। ਮੇਜਰ ਹੈ ਜਿਹੜਾ, ਪਹਿਲੀ ਚੀਜ਼ ਹੈ ਸੋਜਸ਼। ਸੋਜਸ਼ ਹਮੇਂ ਜਲਦੀ ਤਾਂ ਨਹੀਂ, ਮੈਂ ਥੋੜ੍ਹਾ ਟਾਈਮ ਨਾਲ ਨਹੀਂ ਕੋਈ ਕਮਿਊਨਿਟੀ ਕੀ ਹੈ, ਆਪਾਂ ਕਮਿਊਨਿਟੀ ਬਾਰੇ ਥੋੜ੍ਹੀ ਗੱਲ ਕਰ ਲਈਏ। ਕਮਿਊਨਿਟੀ ਹੁੰਦੀ ਹੈ ਕਿ ਕੋਈ ਵੀ ਫੋਰਨ ਚੀਜ਼ ਆਪਣੇ ਬੋਡੀ ਦੇ ਅੰਦਰ ਗਈ ਤਾਂ ਉਹਨੇ ਅੰਦਰ ਜਾ ਕੇ ਆਪਣੇ ਸਰੀਰ ਦੇ, ਆਪਾਂ ਕਹਿੰਦੇ ਨਾ ਚਿੱਟੇ ਲੋਕ ਕਣ ਲੜਦੇ ਆ, ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਕਿ ਚਿੱਟੇ ਲੋਕ ਕਣ ਲੜਦੇ ਆ, ਜਿਹੜੀ ਕੋਈ ਚੀਜ਼ ਆ ਗਈ ਉਹਨੂੰ ਮਾਰ ਦਿੰਦੀ ਹੈ। ਇਹ ਆਪਣੀ ਬੋਡੀ ਦੀ ਆਪਣੀ ਇਮਿਊਨਿਟੀ ਹੁੰਦੀ ਹੈ। ਜਦੋਂ ਵੀ ਫੋਰਨ ਚੀਜ਼ ਕੋਈ ਅੰਦਰ ਗਈ ਤਾਂ ਉਹਦੇ ਵਾਸਤੇ ਅੰਦਰ ਕਈ ਤਰ੍ਹਾਂ ਦੇ ਸੈੱਲ ਹੁੰਦੇ ਆ, ਟੀ ਸੈੱਲ, ਐਲ ਸੈੱਲ, ਇਹ ਜਿਹੜੇ ਆ ਆਪਣੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ। ਜੇ ਉਹ ਨਹੀਂ ਮਰਦੀ ਤਾਂ ਫਿਰ ਉਹਦੇ ਵਾਸਤੇ ਇੱਕੋ ਦਮ ਅੰਦਰ ਐਂਟੀਬੋਡੀ ਪੈਦਾ ਕਰਨ ਵਾਸਤੇ ਰਿਐਕਸ਼ਨ, ਜਿਹੜਾ ਕਹਿੰਦੇ ਆ ਨਾ ਵੀ ਇਮਿਊਨਿਟੀ ਦਾ ਰਿਐਕਸ਼ਨ ਹੈ ਜਿਹੜਾ ਸ਼ੁਰੂ ਹੁੰਦਾ ਹੈ, ਉਹ ਇੰਨਾ ਜ਼ਿਆਦਾ ਹੋ ਰਿਹਾ ਦੇਖਦਾ ਜਦੋਂ ਵੀ ਥੋੜ੍ਹੇ ਜਿਹੇ ਸਾਲ ਉਹਨਾਂ ਨੂੰ ਲੱਗ ਚੱਲੀਏ ਆਪਾਂ ਫੋਰਨ ਬੋਡੀ ਨੂੰ, ਅਤੇ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਟੈਰਰਿਸਟ ਮੰਨ ਕੇ ਚੱਲੀਏ, ਚੋਰ ਮੰਨ ਕੇ ਚੱਲੀਏ। ਇੱਕ ਚੋਰ ਆ ਗਿਆ, ਚੋਰ ਇੱਕ ਮੁਹੱਲੇ 'ਚ ਵੜ ਗਿਆ, ਉੱਥੇ ਆਪਾਂ ਨੂੰ ਪਹਿਲਾਂ ਚੋਰ ਕਿਸੇ ਲੈਵਲ 'ਤੇ ਖੜ੍ਹੇ ਜਾਂ ਲੋਕਲ ਪੁਲਿਸ ਅਗਾਹ ਹੁੰਦੀ ਹੈ। ਜੇ ਦੇਖਿਆ ਵੀ ਅੰਦਰ ਉਹ ਚੋਰੀ ਜਾਂ ਡਕੈਤੀ ਜਾਂ ਨੁਕਸਾਨ ਜ਼ਿਆਦਾ ਕਰ ਰਿਹਾ ਤਾਂ ਫਿਰ ਕੀ ਕਰਦੇ ਆਪਾਂ, ਜ਼ਿਆਦਾ ਸਿਕਿਉਰਿਟੀ ਬਣਾਈ ਜਾਂਦੀ ਹੈ, ਮਿਲਟਰੀ ਬੁਲਾ ਲਈ, ਮਿਲਟਰੀ ਤੋਂ ਕੰਮ ਹੋਇਆ ਫਿਰ ਕਮਾਂਡੋ ਵੀ ਬੁਲਾਏ ਜਾਂਦੇ ਹੈ। ਮੰਨ ਲਓ ਇੱਕ ਜੰਮੂ ਕਸ਼ਮੀਰ 'ਚ ਟੈਰਰਿਸਟ ਆ ਕੇ ਕਿਸੇ ਥਾਂ 'ਤੇ ਬੈਠੇ, ਪਤਾ ਲੱਗ ਗਿਆ, ਲੋਕਲ ਪੁਲਿਸ ਤੋਂ ਕਾਬੂ ਨਹੀਂ ਆਇਆ, ਮਿਲਟਰੀ ਆ ਗਈ, ਮਿਲਟਰੀ ਨੇ ਚਲਾਈਆਂ, ਨਹੀਂ ਕਾਬੂ ਆਇਆ ਤਾਂ ਕੀ ਹੋਊਗਾ। ਮਿਲਟਰੀ ਅਲਟੀਮੇਟਲੀ 2-4-5 ਦਿਨ ਅਲੱਗ-ਅਲੱਗ ਤਰੀਕੇ ਕਰਕੇ ਦੇਖੂਗੀ, ਸਪਲਾਈ ਕੱਟੋ, ਖਾਣਾ ਪੀਣਾ। ਉਹਨਾਂ ਨੇ ਕੀ ਕੀਤਾ ਕਿ ਚਲੋ ਬੰਬ ਮਾਰੋ, ਸਭ ਤੋਂ ਤੇਲ ਉਡਾ ਦਿਓ ਜਿਹੜੇ ਪੋਰਸ਼ਨ 'ਚ ਬੜੀ ਬੈਠੇ। ਉਹ ਪੋਰਸ਼ਨ ਦਾ ਕੀ ਹੈ ਕਿ ਟੈਰਰਿਸਟ ਤਾਂ ਮਰ ਗਿਆ, ਪਰ ਨਾਲ ਜਿਹੜਾ ਆਪਦਾ ਵੀ ਨੁਕਸਾਨ ਹੋਇਆ। ਉਹ ਆਪਦਾ ਨੁਕਸਾਨ, ਆਪਦੀ ਇਮਿਊਨਿਟੀ ਹੈ ਜਿਹੜੀ ਇਹ ਹੈਗੀ ਹੈ ਪੁਲਿਸ ਮਿਲਟਰੀ ਆਪਣੀ, ਅਤੇ ਅੰਦਰ ਹੈ ਜਿਹੜਾ ਉਹ ਚੋਰ ਹੈ ਜਿਹੜਾ ਉਹ ਵਾਇਰਸ, ਉਹਨੂੰ ਜਿਹੜਾ ਕਰਨ ਲੱਗਦੇ ਆ। ਇਮਿਊਨਿਟੀ ਆਪਦੀ ਇੰਨੀ ਐਕਟਿਵ ਹੁੰਦੀ ਹੈ ਕਿ ਉਹ ਚੋਰ ਨੂੰ ਮਾਰਨ ਦੇ ਚੱਕਰ 'ਚ ਜਿਹੜਾ ਬੋਡੀ ਦਾ ਆਪਦਾ ਨੁਕਸਾਨ ਹੋ, ਉਹ ਟਿਸ਼ੂ ਡੈਮੇਜ ਜਿਹੜਾ ਹੋ ਰਿਹਾ ਉਹ ਨਾ। ਹਾਈਪਰ ਇਮਿਊਨ ਰਿਐਕਸ਼ਨ ਕਹਿੰਦੇ ਇਹਨੂੰ, ਸਾਈਟੋਕਾਈਨੇਜ ਸਟੋਰ ਉਹ ਵਰਡ ਸੁਣਿਆ ਹੋਣਾ। ਉਹ ਸਾਈਟੋਕਾਈਨੇਜ ਸਟੋਰ ਦੇ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਉਹਦਾ ਸਟੋਰ ਪੈਦਾ ਹੁੰਦੀ ਹੈ ਜਿੰਨਾ 'ਚ ਉਹ ਬੰਦੇ ਸੀਰੀਅਸ ਹੁੰਦੇ ਆ, ਉਹਨਾਂ ਬੰਦਿਆਂ ਨੂੰ ਦਾਖਲ ਹੋਣ ਦੀ ਲੋੜ ਪੈਂਦੀ ਹੈ, ਅਤੇ ਉਹ ਵੀ ਬੰਦਿਆਂ ਦੀ ਅੱਗੇ ਜਾ ਕੇ ਇਹ ਸਾਰਿਆਂ 'ਚ ਨਹੀਂ, ਸਾਈਟੋਕਾਈਨੇਜ ਸਟੋਰ ਸਾਰਿਆਂ 'ਚ ਨਹੀਂ ਪੈਦਾ। ਇਸੇ ਕਰਕੇ 75% ਹੈ ਲੋਕ ਹੈ ਜਿਹੜੇ ਇਹ ਸਿੰਪਟੋਮੈਟਿਕ ਵੀ ਹੁੰਦੇ ਆ, ਉਹਨਾਂ ਨੂੰ ਤਕਲੀਫ ਵੀ ਨਹੀਂ ਆਉਂਦੀ, ਉਹਨਾਂ ਨੂੰ ਟੈਸਟ ਦਾ ਕੁਛ ਨਹੀਂ ਆਉਂਦਾ। ਸੋਜਸ਼ ਪੈਦਾ ਕਰਦੀ ਹੈ ਇਹ ਸਾਈਟੋਕਾਈਨੇਜ ਸਟੋਰ। ਸੋਜਸ਼ ਦੇ ਨਾਲ ਖੂਨ ਦੀਆਂ ਨਾੜੀਆਂ ਫਟਦੀਆਂ, ਉਹਨਾਂ ਖੂਨ ਜੰਮਦਾ, ਜਿਹੜਾ ਖੂਨ ਜੰਮਦਾ ਦੂਜਾ ਨੁਕਸਾਨ ਇਹ ਕਰਦਾ। ਆਪਣੇ ਕੋਲੇ ਪਹਿਲਾਂ ਸੋਜਸ਼ ਦਾ ਇਲਾਜ ਹੈਗਾ। ਗਠੀਆਵਾਦ ਇੱਕ ਸੋਜਸ਼ ਦੀ, ਗਠੀਆਵਾਦ ਦਾ ਕਈ ਦਵਾਈਆਂ ਨਾਲ ਇਲਾਜ ਕਰਦੇ ਆਪਾਂ, ਤਾਂ ਉਹ ਦਵਾਈਆਂ ਜਿਹੜੀਆਂ ਅਸੀਂ ਕਰ ਲਈਆਂ ਸੋਜਸ਼ ਨੂੰ ਘਟਾ ਰਹੀਆਂ। ਖੂਨ ਨੂੰ ਜਮਾਉਣ ਤੋਂ ਰੋਕਣ ਵਾਲੀਆਂ ਦਵਾਈਆਂ ਆਪਣੇ ਕੋਲ ਹੈਗੀਆਂ, ਪਤਲਾ ਕਰਨ ਵਾਲੀਆਂ ਹੈਗੀਆਂ, ਕਲੋਟ ਨੂੰ ਤੋੜਨ ਵਾਲੀਆਂ ਦਵਾਈਆਂ ਵੀ ਆਪਣੇ ਕੋਲ ਹੈਗੀਆਂ। ਪਰ ਇਹਨਾਂ 'ਚ ਇਹ ਹੈ ਕਿ ਜੇ ਟਾਈਮ 'ਤੇ ਪਤਾ ਲੱਗ ਜੇ ਵੀ ਇਸ ਬੰਦੇ ਦੇ ਅੰਦਰ ਸੋਜਸ਼ ਸ਼ੁਰੂ ਹੋ ਗਈ, ਖੂਨ ਜੰਮਣਾ ਸ਼ੁਰੂ ਹੋ ਗਿਆ, ਟਾਈਮ 'ਤੇ ਫੜਿਆ ਜਾਵੇ, ਉਹ ਦਵਾਈਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਉਹ ਡੈਮੇਜ ਹੋਣ ਤੋਂ ਬਚਾਇਆ ਜਾ ਸਕਦਾ। ਉਹ ਡੈਮੇਜ ਜੇ ਬਚ ਗਿਆ ਤਾਂ ਬੰਦੇ ਨੂੰ ਮਤਲਬ ਹੀ ਨਹੀਂ ਕਿ ਬੰਦੇ ਦੀ ਡੈਥ ਹੋ ਗਈ, ਉਹਨੂੰ ਸਰੀਰ ਨੂੰ ਨੁਕਸਾਨ। ਹੁਣ ਜਿਹੜਾ ਨੁਕਸਾਨ ਹੋ ਰਿਹਾ ਅਤੇ ਜਿਨ੍ਹਾਂ ਦੀ ਡੈਥ ਹੋ ਰਹੀ ਹੈ, ਜਿਨ੍ਹਾਂ ਦਾ ਖਰਚਾ ਬਹੁਤ ਹੋ ਰਿਹਾ, ਪ੍ਰਾਈਵੇਟ ਭਾਈ ਦਾ ਬੰਦਾ ਦੇਖਦਾ ਵੀ ਸਰਕਾਰੀ ਫੈਸਿਲਿਟੀ ਨਹੀਂ ਹੈਗੀ। ਆਪਣੇ ਗਿੱਟੂ ਡੇਅਰੀ ਵਾਲੇ ਨੂੰ ਹੋਇਆ ਸੀ ਅਤੇ ਮੈਨੂੰ ਲੱਗਦਾ 10 ਕੁ ਦਿਨਾਂ 'ਚ ਉਹਦਾ 2.5 ਲੱਖ ਰੁਪਏ ਦਾ ਖਰਚਾ ਬਚਾਉਣਾ ਹੋ ਗਿਆ। ਇਹਨੂੰ ਬਚਾਉਣ ਵਾਸਤੇ ਬਿਮਾਰੀ ਨੂੰ ਦੋ ਚੀਜ਼ਾਂ ਆਉਂਦੀਆਂ, ਅਰਲੀ ਡਾਇਗਨੋਸਿਸ ਅਤੇ ਪ੍ਰੋਪਰ ਟਰੀਟਮੈਂਟ, ਇੱਕੋ ਦਮ ਉਹਦੀ ਦਵਾਈ। ਅਰਲੀ ਡਾਇਗਨੋਸਿਸ ਤਾਂ ਹੀ ਹੋਊਗਾ ਜੇ ਆਪਾਂ ਟੈਸਟ ਜਲਦੀ ਕਰਾਵਾਂਗੇ। ਜੇ ਟੈਸਟ ਨਹੀਂ ਕਰਾਂਗੇ, ਉਹ ਲੰਘ ਗਿਆ 4-5 ਦਿਨ ਜਿਹੜਾ ਉਹਨੇ ਨੁਕਸਾਨ ਕਰਨਾ ਸੀ ਕਰਤਾ, ਆਪਾਂ ਉਹ ਤੋਂ ਬਾਅਦ ਜਾ ਕੇ ਟੈਸਟ ਕਰਾਇਆ, ਫਿਰ ਉਹਦਾ ਫਾਇਦਾ ਨਹੀਂ।
ਹੁਣ ਜੇ ਚੇਤਨ ਚੌਹਾਨ ਦੀ ਗੱਲ ਹੋਈ, ਆਪਣੇ ਕਰੈਕਟਰ ਸੀਗਾ 15-20 ਦਿਨ ਪਹਿਲਾਂ, ਉਹਦੀ ਡੈਥ ਹੋਣ ਦਾ ਕਾਰਨ ਇਹੀ ਕਿ ਉਹ ਬੰਦਾ ਟਾਈਮ 'ਤੇ ਜਿਹੜੇ ਕ੍ਰੂਸ਼ੀਅਲ 3-4 ਦਿਨ ਸੀ ਜਿਹਦੇ ਅੰਦਰ ਉਹਨੇ ਨੁਕਸਾਨ ਕਰਨਾ ਸੀ, ਉਹ ਨੁਕਸਾਨ ਕਰਤਾ। ਉਸ ਤੋਂ ਬਾਅਦ ਜਾ ਕੇ ਦਾਖਲ ਹੋਣ ਦਾ ਉਹ ਨੁਕਸਾਨ ਵਾਪਸ ਨਹੀਂ ਹੋ ਗਿਆ। ਜੇ ਭਾਵੇਂ ਆਪਾਂ ਵੈਂਟੀਲੇਟਰ ਲਾ ਲਈਏ, ਉਹ ਆਪਣਾ ਅਮਿਤ ਸ਼ਾਹ ਸੀ। ਅਮਿਤ ਸ਼ਾਹ 10 ਦਿਨ ਦਾਖਲ ਰਿਹਾ, ਛੁੱਟੀ ਹੋ ਗਈ, ਫਿਰ ਵਾਪਸ ਆਇਆ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਬੋਡੀ ਐਕਸੀਡੀਆਂ ਚੱਲ ਪਈਆਂ ਕਿ ਤੁਰੇ ਨਹੀਂ ਜਾਂਦਾ। ਮਤਲਬ ਜਿੰਨਾ ਦੇ ਉਹ ਨੁਕਸਾਨ ਕਰ ਦਿੰਦੀ ਹੈ, ਉਹ 3-3, 4-4 ਮਹੀਨੇ ਤੱਕ ਉਹ ਬੋਡੀ ਦੇ ਅੰਦਰ ਉਹਨਾਂ ਦਾ ਇੰਨਾ ਕੁ ਅਬਜ਼ਰਵ ਹੋ ਚੁੱਕਿਆ ਕਿ ਨੁਕਸਾਨ ਹੋ ਰਿਹਾ। ਉਹਦੇ 'ਚ ਖੂਨ ਦੀਆਂ ਨਾੜੀਆਂ ਦਿਲ ਦੇ ਵਿੱਚ ਜਾ ਕੇ ਖੂਨ ਦੀਆਂ ਫਲੋਟ ਹੋ ਰਹੇ, ਦਿਮਾਗ 'ਚ ਹੋ ਰਹੇ ਆ, ਅਧਰੰਗ ਨਾਲ ਲੋਕ ਆ ਰਹੇ ਆ। ਕਈਆਂ ਨੂੰ ਠੀਕ ਹੋਣ ਤੋਂ ਬਾਅਦ ਵੀ ਘਰੇ ਆਕਸੀਜਨ ਰੱਖਣੀ ਪੈ ਰਹੀ ਹੈ, ਉਹਨਾਂ ਦੀ ਆਕਸੀਜਨ ਦੀ ਅਰਲੀ ਟੈਸਟ ਕਰਾਉਣ ਦੀ, ਜਲਦੀ ਜੇ ਲੋੜ ਲੱਗਦੀ ਹੈ ਜਲਦੀ ਟ੍ਰੀਟਮੈਂਟ ਸ਼ੁਰੂ ਕਰਨ ਦੀ, ਇਹ ਇਹਦੇ 'ਚ ਬਹੁਤ ਵੱਡੀ ਲੋੜ ਹੈ।